ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਅਗਨੀਪਥ ਸਕੀਮ ਦਾ। ਆਪਣੀ ਇੰਡੀਅਨ ਆਰਮੀ ਦੇ ਵਿੱਚ ਜਿਹੜੀ ਰੈਜੀਮੈਂਟਸ ਬਣੀਆਂ ਆ, ਜਿਹੜੀਆਂ ਰੈਜੀਮੈਂਟਸ ਧਰਮ ਦੇ ਆਧਾਰ 'ਤੇ ਜਿਵੇਂ ਸਿੱਖ ਰੈਜੀਮੈਂਟ ਆ, ਔਰ ਜਿਹੜੀਆਂ ਜਾਤ ਦੇ ਆਧਾਰ 'ਤੇ ਜਿਵੇਂ ਜਾਟ ਰੈਜੀਮੈਂਟ, ਗੋਰਖਾ ਰੈਜੀਮੈਂਟ, ਮਰਾਠਾ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਇੱਦਾਂ ਦੀਆਂ ਰੈਜੀਮੈਂਟਸ 'ਤੇ ਕੀ ਅਸਰ ਪਏਗਾ। ਇੱਕ ਐਂਗਲ ਇਹਦੇ ਵਿੱਚ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਚੀਫ ਮਿਨਿਸਟਰ, ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਹਦੇ ਨਾਲ ਜਿਹੜੀ ਆਰਮੀ ਦੀ ਅੰਦਰੂਨੀ ਵਿਭਿੰਨਤਾ ਆ ਉਹ ਖਤਮ ਕਰਨ ਦੀ ਕੋਸ਼ਿਸ਼ ਹੈ, ਜਿਹੜੀ ਅਗਨੀਪਥ ਸਕੀਮ ਸੈਂਟਰ ਦੀ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ। ਅਗਨੀਪਥ ਸਕੀਮ ਨੂੰ ਐਕਸਪਲੇਨ ਕਰਨ ਦੇ ਲਈ ਮੈਂ ਇੱਕ ਵੀਡੀਓ ਜਿਹੜੀ ਪਿੱਛੇ ਆ ਉਹ ਬਣਾ ਚੁੱਕੀ ਹਾਂ। ਮੈਂ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਦੇ ਦਾਂਗੀ। ਪਰ ਅੱਜ ਸਿਰਫ ਆਪਾਂ ਗੱਲ ਕਰਾਂਗੇ ਕਿ ਇਸ ਅਗਨੀਪਥ ਸਕੀਮ ਦਾ ਸਾਡੇ ਆਰਮੀ ਦੇ ਵਿਚਲੀ ਵਿਭਿੰਨਤਾ ਦੇ ਉੱਤੇ ਕੀ ਅਸਰ ਹੈ। ਆਪਣੇ ਕੋਲ ਇੱਕ ਬਹੁਤ ਰਿਨਾਊਂਡ ਜਿਹੜੀ ਰੈਜੀਮੈਂਟ ਹੈ ਉਹਦਾ ਨਾਮ ਹੈ ਸਿੱਖ ਰੈਜੀਮੈਂਟ, ਜਿਹੜੀ ਸਾਨੂੰ ਕੰਸਰਨ ਕਰਦੀ ਹੈ ਪੰਜਾਬੀਆਂ ਨੂੰ, ਕਿਉਂਕਿ ਪੰਜਾਬ ਤੋਂ ਹੀ ਜਿਹੜੇ ਸਿੱਖ ਆ, ਜੱਟ ਸਿੱਖ ਆ, ਉਹਨਾਂ ਨੂੰ ਹੀ ਉਸ ਆਰਮੀ ਦੇ ਵਿੱਚ ਭਰਤੀ ਕੀਤਾ, ਉਸ ਰੈਜੀਮੈਂਟ ਦੇ ਵਿੱਚ ਭਰਤੀ ਕੀਤਾ ਜਾਂਦਾ। ਉਹਨਾਂ ਦੀ ਰੈਜੀਮੈਂਟ ਆ, ਉਸ ਰੈਜੀਮੈਂਟ ਦਾ ਜਿਹੜਾ ਸਲੋਗਨ ਹੈ, ਜਿਹੜਾ ਉਹਨਾਂ ਦੀ ਵਾਰ ਕਰਾਈ ਹੈ ਕਿਹਾ ਜਾਂਦਾ, ਜਿਹਨੂੰ ਉਹ ਵੀ ਬੋਲੇ ਸੋ ਨਿਹਾਲ ਆ, ਨਿਸ਼ਚੈ ਕਰ ਆਪਣੀ ਜੀਤ ਕਰੋ ਵਰਗੇ ਉਹਨਾਂ ਦੇ ਜਿਹੜੇ ਮੋਟੋ ਆ ਰੈਜੀਮੈਂਟ ਦੇ। ਸੋ ਉਹ ਜਿਹੜੇ ਆ ਉਹਦੇ ਅੰਦਰ ਅਲੱਗ ਤਰ੍ਹਾਂ ਦੇ ਰੀਤੀ ਰਿਵਾਜ ਜਾਂ ਥੋੜ੍ਹੇ ਐਥੋਜ਼ ਆ ਜਿਹੜੇ ਫੋਲੋ ਕੀਤੇ ਜਾਂਦੇ ਆ ਅਕੋਰਡਿੰਗ ਟੂ ਸਿੱਖ ਧਰਮ। ਇੱਦਾਂ ਦੀਆਂ ਰੈਜੀਮੈਂਟਸ ਬਹੁਤ ਆ, ਮੈਂ ਨਾਮ ਪਹਿਲਾਂ ਗਿਣਾ ਚੁੱਕੀ ਹਾਂ, ਪਰ ਆਪਾਂ ਗੱਲ ਕਰਦੇ ਹਾਂ ਸਿੱਖ ਰੈਜੀਮੈਂਟ ਦੀ ਹੀ। ਕੀ ਇਹ ਅਗਨੀਪਥ ਸਕੀਮ ਆਉਣ ਦੇ ਨਾਲ ਇਸ ਰੈਜੀਮੈਂਟ ਨੂੰ ਅਸਰ ਪਏਗਾ, ਜਾਂ ਇਹ ਅਗਨੀਪਥ ਸਕੀਮ ਆਉਣ ਦੇ ਨਾਲ ਇਹ ਜਿਹੜੀਆਂ ਰੈਜੀਮੈਂਟਸ ਆ, ਜਿਹੜੀਆਂ ਕਲਾਸ ਦੇ ਬੇਸਡ ਬਣੀਆਂ ਹੋਈਆਂ, ਜਿਹੜੀ ਧਰਮ ਦੇ ਬੇਸਡ ਬਣੀ ਹੋਈ ਰੈਜੀਮੈਂਟ ਹੈ, ਇਹਨਾਂ ਦੇ ਵਿਚਲੀ ਵਿਭਿੰਨਤਾ ਨੂੰ ਜਾਂ ਇਹਨਾਂ ਰੈਜੀਮੈਂਟਸ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇਹਦੇ ਵਿੱਚ ਦੋ ਤਰ੍ਹਾਂ ਦੇ ਤਰਕ ਆਉਂਦੇ ਆ। ਇੱਕ ਉਹ ਤਰਕ ਹੈ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ ਇਹ ਸਿੱਖ ਰੈਜੀਮੈਂਟ ਆ ਇਹਦਾ ਇਤਿਹਾਸ ਕੀ ਹੈ, ਕਿਵੇਂ ਬਣੀ ਆ, ਇਹਦਾ ਅੱਗੇ ਸੂਰਵੀਰਤਾ ਦੇ ਕਿੱਸੇ ਕੀ ਨੇ, ਇਹਨਾਂ ਦੇ ਕਿਹੜੀਆਂ ਲੜਾਈਆਂ ਦੇ ਵਿੱਚ, ਜੰਗਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ। ਔਰ ਦੂਸਰੇ ਪਾਸੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ ਦੂਸਰੇ ਪੱਖ ਵੱਲੋਂ, ਜਿਹੜਾ ਪੱਖ ਇਸ ਵਿਭਿੰਨਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਾਂ ਜਿਨ੍ਹਾਂ ਨੂੰ ਇਸ ਗੱਲ ਦੀ ਪ੍ਰੋਬਲਮ ਹੈ, ਇਸ ਗੱਲ ਦਾ ਉਹਨਾਂ ਨੂੰ ਦੁੱਖ ਲੱਗਦਾ ਹੈ ਕਿ ਆਰਮੀ ਦੇ ਵਿੱਚ ਸਿੱਖਾਂ ਦਾ ਨੰਬਰ ਇੰਨਾ ਜ਼ਿਆਦਾ ਕਿਉਂ। ਅਗਰ ਆਪਾਂ ਪੂਰੇ ਇੰਡੀਆ 'ਚ ਦੇਖੀਏ ਤਾਂ ਸਿੱਖ ਜਿਹੜਾ ਪਾਪੂਲੇਸ਼ਨ ਹੈ ਉਹਦਾ ਨੰਬਰ, ਉਹਦੀ ਪਰਸੈਂਟੇਜ 1.86% ਹੈ ਆਪਾਂ ਪੂਰੇ ਇੰਡੀਆ ਦੀ ਪਾਪੂਲੇਸ਼ਨ ਦੇ। ਪਰ ਅਗਰ ਆਪਾਂ ਇੰਡੀਅਨ ਆਰਮੀ 'ਚ ਦੇਖੀਏ ਤਾਂ ਸਿੱਖਾਂ ਦਾ ਜਿਹੜੀ ਤਾਦਾਦ ਆ ਉਹ 8% ਆ ਆਲ ਟੂਗੈਦਰ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਕੰਸਰਨ ਕਰਦੀਆਂ, ਉਹਨਾਂ ਦਾ ਜੋ ਤਰਕ ਆ ਉਹਦੀ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਾਣਦੇ ਹਾਂ ਆਪਾਂ ਸਿੱਖ ਰੈਜੀਮੈਂਟ ਬਾਰੇ। ਸਿੱਖ ਰੈਜੀਮੈਂਟ, ਜ਼ਾਹਿਰ ਜੀ ਗੱਲ ਆ, ਓਬਵੀਅਸ ਗੱਲ ਹੈ ਕਿ ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀ ਇੰਡੀਆ ਦੇ ਵਿੱਚ, ਉਦੋਂ ਦੀ ਚੱਲਦੀ ਆ ਰਹੀ ਹੈ। 150-200 ਸਾਲ ਪੁਰਾਣੀ ਸਿੱਖ ਰੈਜੀਮੈਂਟ ਹੈ। ਜਿਹੜੇ ਸਿੱਖ ਰੈਜੀਮੈਂਟ ਜਦੋਂ ਐਂਜਲੋ ਸਿੱਖ ਵਾਰ ਹੋਈ ਸੀ 1845-46 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਖਤਮ ਕੀਤਾ ਗਿਆ, ਜਦੋਂ ਉਸ ਟਾਈਮ ਦੀ ਵਾਰ ਤੋਂ ਬਾਅਦ ਜਿਹੜੇ ਸਿੱਖ ਬਚੇ ਸੀ ਉਹਨਾਂ ਦੀਆਂ ਬਟਾਲੀਅਨਸ ਬਣਾ ਦਿੱਤੀਆਂ ਗਈਆਂ ਸੀ, ਪਲਟਨ ਬਣਾ ਦਿੱਤੀਆਂ ਗਈਆਂ ਸੀ। ਇੱਕ ਪਲਟਨ ਬਣੀ ਸੀ ਸਭ ਤੋਂ ਪਹਿਲੀ 1846 ਦੇ ਵਿੱਚ ਦੱਸੀ ਜਾਂਦੀ ਹੈ, ਜਿਹੜੀ ਕਿੰਗ ਜਾਰਜ ਓਨ ਫਿਰੋਜ਼ਪੁਰੇ ਸਿੱਖ ਜਿਹੜੀ ਬਟਾਲੀਅਨ ਸੀ ਉਹ ਬਣਾਈ ਗਈ ਸੀ। ਉਸ ਤੋਂ ਬਾਅਦ ਇੱਦਾਂ ਹੋਰ ਬਟਾਲੀਅਨ ਬਣਦੀਆਂ ਨੇ, ਜਿਹਦੇ ਵਿੱਚ ਲੁਧਿਆਣਾ ਸਿੱਖਸ ਦੀ ਬਟਾਲੀਅਨ ਬਣਦੀ ਹੈ, ਐਂਡ ਹੋਰ ਵੀ ਕਈ ਇੱਦਾਂ ਦੀਆਂ ਛੋਟੀਆਂ ਬਟਾਲੀਅਨਸ ਪੰਜਾਬ ਦੇ ਵਿੱਚ, ਜਿਹੜਾ ਸਮੁੱਚਾ ਇੱਕ ਪੰਜਾਬ ਹੁੰਦਾ ਸੀ ਉਹਦੇ ਵਿੱਚ ਸੀ। ਉਸ ਤੋਂ ਬਾਅਦ ਇਹਨਾਂ ਬਟਾਲੀਅਨਸ ਨੂੰ ਸਾਰੀਆਂ ਨੂੰ ਇਕੱਠੀਆਂ ਕਰਕੇ ਇੱਕ ਰੈਜੀਮੈਂਟ ਬਣਾ ਦਿੱਤਾ ਗਿਆ, ਇੱਕ ਮਲਟੀ ਬਟਾਲੀਅਨ ਰੈਜੀਮੈਂਟ ਬਣਾ ਦਿੱਤੀ ਗਈ, ਜਿਸ ਰੈਜੀਮੈਂਟ ਦਾ ਨਾਮ ਰੱਖਿਆ ਗਿਆ ਸਿੱਖ ਰੈਜੀਮੈਂਟ। ਇਹੀ ਸਿੱਖ ਰੈਜੀਮੈਂਟ ਵਰਲਡ ਵਾਰ 1 ਤੋਂ ਲੈ ਕੇ ਕਾਰਗਿਲ ਦੇ ਯੁੱਧ ਤੱਕ ਜਿੰਨੇ ਵੀ ਯੁੱਧ ਹੋਏ ਉਹਨਾਂ ਦੇ ਵਿੱਚ ਮੈਕਸੀਮਮ ਪਾਰਟੀਸਪੇਟ ਕਰਦੀ ਆਈ ਆ। ਵਰਲਡ ਵਾਰ 1 'ਚ ਪਾਰਟੀਸਪੇਟ ਕੀਤਾ, ਉਸ ਤੋਂ ਬਾਅਦ ਅਫਗਾਨਿਸਤਾਨ ਦੇ ਨਾਲ ਜੋ ਲੜਾਈਆਂ ਐਂਜਲੋ ਅਫਗਾਨਿਸਤਾਨ ਹੋਈਆਂ ਉਹਨਾਂ ਦੇ ਵਿੱਚ ਵੀ ਕੀਤਾ। ਇਸ ਤੋਂ ਇਲਾਵਾ ਜਿਹੜੀ ਕਾਰਗਿਲ ਦਾ ਯੁੱਧ ਹੋ ਗਿਆ ਜਾਂ 1965 ਦੀ ਵਾਰ, ਇਸ ਤੋਂ ਬਾਅਦ ਜਿੰਨੀਆਂ ਵੀ ਹੋਈਆਂ, ਖਾਸ ਤੌਰ 'ਤੇ ਬੈਟਲ ਆਫ ਸਾਰਾਗੜੀ, ਕਿਉਂਕਿ ਉਹ ਆਪਾਂ ਮੂਵੀ ਵੀ ਦੇਖੀ ਹੋਣੀ ਹੈ, ਮੈਕਸੀਮਮ ਲੋਕਾਂ ਨੇ ਉਹਦੇ ਬਾਰੇ ਆਪਾਂ ਜਾਣਦੇ ਹਾਂ। ਹਰਿਮੰਦਰ ਸਾਹਿਬ ਦੇ ਵਿੱਚ ਵੀ ਦਰਬਾਰ ਸਾਹਿਬ ਦਾ ਜੋ ਕੰਪਲੈਕਸ ਆ ਉਹਦੇ ਵਿੱਚ ਵੀ ਉੱਥੇ ਪ੍ਰੋਪਰ ਸਾਰਾਗੜੀ ਸਰਾਂ ਬਣੀ ਹੋਈ ਹੈ। ਸੋ ਆਪਾਂ ਉਸ ਇਤਿਹਾਸ ਨੂੰ ਜਾਣਦੇ, ਉਹਦੇ ਵਿੱਚ ਵੀ ਸਿੱਖ ਰੈਜੀਮੈਂਟ ਦਾ ਬਹੁਤ ਵੱਡਾ ਸੂਰਵੀਰਤਾ ਨਾਲ ਭਰਿਆ ਹੋਇਆ ਯੋਗਦਾਨ ਸੀ। ਜਿਹੜੀ ਆਪਣੀ ਪਰੇਡ ਹੁੰਦੀ ਆ, ਰਿਪਬਲਿਕ ਡੇ ਦੀ ਪਰੇਡ ਹੋ ਗਈ, ਲਾਲ ਕਿਲੇ ਤੋਂ ਆਜ਼ਾਦੀ ਦਿਵਸ ਦੀ ਹੋ ਗਈ, ਤਾਂ ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਇਹ ਜਿਹੜੀ ਬਟਾਲੀਅਨ ਆ, ਜਦੋਂ ਇਹਨਾਂ ਦੀ ਪਲਟਨ ਨਿਕਲਦੀ ਆ ਸਿੱਖ ਰੈਜੀਮੈਂਟ ਦੀ, ਤਾਂ ਉਹਨਾਂ ਦੀ ਇੱਕ ਅਲੱਗ ਹੀ ਟੌਰ ਆਪਾਂ ਨੂੰ ਫੀਲ ਹੁੰਦੀ ਆ, ਔਰ ਵਾਕਈ ਹੀ ਜਿਹੜੀ ਸਿੱਖ ਕਮਿਊਨਿਟੀ ਆ ਉਹਨੂੰ ਖੁਸ਼ੀ ਵੀ ਹੁੰਦੀ ਆ ਉਹ ਚੀਜ਼ਾਂ ਦੇਖ ਕੇ। ਅਗਰ ਆਪਾਂ ਇੱਥੇ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਦੀ ਹਾਂ ਵੀ ਸਿੱਖ ਰੈਜੀਮੈਂਟ ਧਰਮ ਦੇ ਬੇਸਡ ਰੈਜੀਮੈਂਟ ਹੈ, ਜਿਹੜੀ ਉਸ ਪਰੇਡ ਦੇ ਵਿੱਚ ਵੀ 2 ਵਾਰੀ
ਸਲੂਟ ਕਰਦੀ ਹੈ ਜਦੋਂ ਇੱਕ ਵਾਰੀ ਆਪਣੇ ਪ੍ਰੈਜ਼ੀਡੈਂਟ ਨੂੰ ਔਰ ਦੂਸਰੀ ਵਾਰੀ ਆਪਣੇ ਜਦੋਂ ਸੀਸਗੰਜ ਸਾਹਿਬ ਗੁਰਦੁਆਰੇ ਦੇ ਸਾਹਮਣੇ ਉਹ ਨਿਕਲਦੇ ਆ। ਸੋ ਇਹ ਜਿਹੜੀਆਂ ਇਮੋਸ਼ਨਲ ਅਟੈਚਮੈਂਟ ਸਿੱਖ ਰੈਜੀਮੈਂਟ ਜਾਂ ਜਿਹੜੀਆਂ ਜਾਤ ਆਧਾਰਿਤ ਰੈਜੀਮੈਂਟ ਆ ਇਹਨਾਂ ਦੇ ਨਾਲ ਜ਼ਾਹਿਰ ਜੀ ਗੱਲ ਹੈ ਅਲੱਗ-ਅਲੱਗ ਮਾਈਨੋਰਿਟੀਜ਼ ਜਿਹੜੀਆਂ ਆਪਣੇ ਦੇਸ਼ ਦੀਆਂ ਹੈਗੀਆਂ ਨੇ ਉਹਨਾਂ ਦੀ ਇਮੋਸ਼ਨਲ ਬੌਂਡਿੰਗ ਆ, ਉਹਨਾਂ ਦੇ ਲਈ ਪ੍ਰਾਈਡ ਮੂਵਮੈਂਟ ਆ, ਉਹਨਾਂ ਦੇ ਲਈ ਗਰਵ ਦੀ ਮੂਵਮੈਂਟ ਆ ਸਿੱਖ ਰੈਜੀਮੈਂਟ ਜਾਂ ਜਿਹੜੀਆਂ ਹੋਰ ਜਾਤ ਤੇ ਬੇਸਡ ਰੈਜੀਮੈਂਟਸ ਹੋਣਾ। ਕੋਈ ਵੀ ਰੈਜੀਮੈਂਟ ਆ ਤਾਂ ਉਹਦੇ ਵਿੱਚ ਆਪਣੇ ਅਲੱਗ ਜਿਹੜੇ ਆ ਉਹ ਰਿਵਾਜ ਹੁੰਦੇ ਆ, ਅਲੱਗ ਟ੍ਰੈਡੀਸ਼ਨਸ ਹੁੰਦੀਆਂ ਨੇ। ਜਿਵੇਂ ਸਿੱਖ ਰੈਜੀਮੈਂਟ ਆ ਉਹਨਾਂ ਦੇ ਵਿੱਚ ਪਾਠ ਕਰਨ ਦੀ ਰੀਤ ਹੈ, ਉਹਨਾਂ ਦੇ ਜਿਹੜਾ ਨਾਰੇ ਆ ਉਹ ਮੈਂ ਦੱਸ ਚੁੱਕੀ ਹਾਂ ਬੋਲੇ ਸੋਨਿਆਲ ਜੋ ਧਰਮ ਨਾਲ ਐਸੋਸੀਏਟਡ ਆ, ਜਿਹੜੇ ਉਹਨਾਂ 'ਚ ਜੋਸ਼ ਭਰਦੇ ਆ। ਇਸੇ ਤਰ੍ਹਾਂ ਹਰ ਇੱਕ ਰੈਜੀਮੈਂਟ ਦਾ ਆਪਣਾ ਇੱਕ ਨਿਤਨੇਮ ਹੁੰਦਾ ਹੈ, ਆਪਣਾ ਇੱਕ ਸਕੈਜੂਲ ਹੁੰਦਾ ਜਿਹਦੇ ਅਕੋਰਡਿੰਗਲੀ ਉਹ ਚੱਲਦੇ ਆ, ਜਿਹੜਾ ਉਹਨਾਂ ਦੇ ਆਪਣੇ ਇੱਕ ਸੋਰਸ ਦੇ ਨਾਲ ਜੁੜਿਆ ਹੁੰਦਾ। ਉਹ ਸੋਰਸ ਮੇ ਵੀ ਜਾਤ ਵੀ ਹੋ ਸਕਦਾ, ਉਹ ਧਰਮ ਵੀ ਹੋ ਸਕਦਾ। ਹੁਣ ਜਿਹੜੇ ਜਿੱਦਾਂ ਹੁਣ ਸਿੱਖ ਰੈਜੀਮੈਂਟ ਜਿਹੜੇ ਲੋਕਾਂ ਨੂੰ ਰਿਕਰੂਟ ਕੀਤਾ ਜਾਂਦਾ ਤਾਂ ਉਹ ਇੱਕ ਸੇਮ ਕਲਾਸ ਦੇ ਹੁੰਦੇ ਆ, ਸੇਮ ਜੀਨ ਪੂਲ ਦੇ ਹੁੰਦੇ ਆ, ਜਿਵੇਂ ਸਿੱਖ ਹੋ ਗਏ ਔਰ ਉਹ ਸੇਮ ਰੀਜਨ ਤੋਂ ਆਉਂਦੇ ਹੁੰਦੇ ਆ। ਸੋ ਇਸ ਕਰਕੇ ਉਹਨਾਂ ਦੀਆਂ ਹੈਬਿਟ ਵੀ ਸੇਮ ਮਿਲਦੀਆਂ। ਸੋ ਇੱਕ ਜਦੋਂ ਇਕੱਠੇ ਲਾਈਕ ਮਾਈਂਡਡ ਲੋਕ ਆ ਇਕੱਠੇ ਹੋ ਕੇ ਕੰਮ ਕਰਦੇ ਆ, ਇੱਕ ਜਿਹੜੀ ਉਹ ਟੀਮ ਬਣਦੀ ਆ, ਸਿੱਖ ਰੈਜੀਮੈਂਟ ਹੋ ਗਈਆਂ, ਜਿਹੜੀ ਹੋਰ ਰਾਜਪੂਤ ਰੈਜੀਮੈਂਟ ਹੋ ਗਈ। ਸੋ ਡੈਫੀਨੇਟਲੀ ਉਹਨਾਂ ਦੀ ਜਿਹੜੀ ਪ੍ਰੋਡਕਟਿਵਿਟੀ ਆ, ਉਹਨਾਂ ਦਾ ਬਹਾਦਰੀ ਲੈਵਲ ਆ, ਉਹਨਾਂ ਦਾ ਜਿਹੜੀ ਐਫੀਸ਼ੀਐਂਸੀ ਆ ਉਹ ਨਾਰਮਲ ਦੇ ਨਾਲੋਂ ਜ਼ਿਆਦਾ ਹੋਏਗੀ। ਸੈਂਟਰ ਸਰਕਾਰ ਜੋ ਕਿ ਭਾਜਪਾ ਸਰਕਾਰ ਹੈ ਉਹਨਾਂ ਦੀ ਪਾਲਿਸੀ ਆਲ ਇੰਡੀਆ ਆਲ ਕਲਾਸਿਸ ਦੀ ਆ। ਅਗਰ ਆਪਾਂ ਗੱਲ ਕਰੀਏ ਆਲ ਇੰਡੀਆ ਆਲ ਕਲਾਸਿਸ, ਸਭ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਆ, ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ, ਬਹੁਤ ਵਧੀਆ ਗੱਲ ਹੈ, ਇਹਦੇ ਨਾਲ ਆਪਾਂ ਸਹਿਮਤ ਵੀ ਹੈਗੇ। ਪਰ ਆਪਣੀ ਆਰਮੀ ਦੇ ਵਿੱਚ 75% ਹਿੱਸਾ ਇੱਦਾਂ ਦਾ ਜਿਹਦੇ ਵਿੱਚ ਆਲ ਇੰਡੀਆ ਆਲ ਕਲਾਸਿਸ ਆਲਰੇਡੀ ਲੱਗ ਰਿਹਾ ਆ। ਇਸ ਤੋਂ ਇਲਾਵਾ ਸਿਰਫ 25% ਤੋਂ ਵੀ ਘੱਟ ਹਿੱਸਾ ਹੈ ਜਿਹੜੀਆਂ ਆਪਣੀਆਂ ਰੈਜੀਮੈਂਟਸ ਆ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਹੋਇਆ, ਔਰ ਉਹ ਰੈਜੀਮੈਂਟਸ ਅੱਜ ਵੀ ਬਹੁਤ ਐਫੀਸ਼ੀਐਂਟਲੀ ਪਰਫਾਰਮ ਕਰਦੀਆਂ ਨੇ। ਪਿਛਲੀਆਂ ਜਿੰਨੀਆਂ ਵੀ ਜੰਗਾਂ ਭਾਰਤ ਨੇ ਲੜੀਆਂ ਨੇ ਉਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਰੈਜੀਮੈਂਟਸ ਨੇ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਸੂਰਵੀਰਤਾ ਦਿਖਾਈ ਔਰ ਬਹੁਤ ਮੈਡਲਸ ਜਿਹੜੇ ਆ ਰੈਜੀਮੈਂਟਸ ਦੇ ਨਾਮ ਤੇ, ਬਹੁਤ ਅਵਾਰਡਸ ਰਿਵਾਰਡਸ ਇਹਨਾਂ ਦੇ ਨਾਮ ਤੇ ਬੋਲਦੇ ਨੇ। ਲੇਕਿਨ ਫਿਰ ਵੀ ਇੱਕ ਆਲ ਇੰਡੀਆ ਦੇ ਵਿੱਚ ਪੂਰੇ ਇੰਡੀਆ ਨੂੰ ਇੱਕ ਜਿਹੜਾ ਗੁਲਦਸਤਾ ਹੈ ਅਲੱਗ-ਅਲੱਗ ਰੰਗਾਂ ਦਾ, ਇਹਨੂੰ ਇੱਕ ਰੰਗ ਦੇ ਨਾਲ ਭਰਨ ਦੀ ਜਿਹੜੀ ਕੋਸ਼ਿਸ਼ ਹੈ ਬੀਜੇਪੀ ਦੀ, ਉਹਨੂੰ ਇਹਦੇ ਪਿੱਛੇ ਮੰਨਿਆ ਜਾ ਰਿਹਾ ਕਿ ਇਹ ਕਾਰਨ ਹੈ ਕਿ ਅਗਨੀਪਥ ਸਕੀਮ ਦੇ ਨਾਲ ਇਹ ਜਿਹੜੀਆਂ ਰੈਜੀਮੈਂਟਸ ਆ, ਜਿਵੇਂ ਸਿੱਖ ਰੈਜੀਮੈਂਟ ਹੈ ਜਾਂ ਜਿਹੜੀਆਂ ਹੋਰ ਜਾਤ 'ਤੇ ਆਧਾਰਿਤ ਹੈ, ਇਹਨਾਂ ਦੇ ਵਿੱਚ ਉਹਨਾਂ ਲੋਕਾਂ ਦੀ ਐਂਟਰੀ ਕਰਨਾ ਆ ਜਿਹੜੇ ਇਸ ਜੀਨ ਪੂਲ ਨੂੰ, ਇਸ ਕਲਾਸ ਔਰ ਕਾਸਟ ਔਰ ਇਸ ਧਰਮ ਨੂੰ ਬਿਲੋਂਗ ਵੀ ਨਹੀਂ ਕਰਦੇ। ਸੋ ਇਹਦੇ ਨਾਲ ਇਹ ਹੋਏਗਾ ਕਿ ਇਹ ਜਿਹੜੀਆਂ ਰੈਜੀਮੈਂਟਸ ਆ ਇਹ ਖਤਮ ਤਾਂ ਨਹੀਂ ਹੋ ਜਾਣਗੀਆਂ ਸਰਟਨਲੀ, ਪਰ ਇਹ ਰੈਜੀਮੈਂਟਸ ਅਸਰਅੰਦਾਜ਼ ਹੋ ਜਾਣਗੀਆਂ, ਇਹਨਾਂ ਦਾ ਅਸਰ ਜਿਹੜਾ ਆ ਬਹੁਤ ਘੱਟ ਜਾਏਗਾ, ਇਹਨਾਂ ਦੇ ਵਿਚਲੇ ਜਿਹੜੇ ਇਥੋਸ ਆ ਉਹ ਡਾਇਲਿਊਟ ਹੋ ਜਾਣਗੇ। ਉਸ ਜਿਹੜੇ ਨਿਤਨੇਮ ਨੂੰ ਫੋਲੋ ਕਰਦੇ ਨੇ, ਇੱਕ ਪਰਟੀਕੂਲਰ ਹੈਬਿਟ ਨੂੰ ਫੋਲੋ ਕਰਦੇ ਨੇ, ਉਹ ਡਾਇਲਿਊਟ ਹੋ ਜਾਣਗੀਆਂ, ਉਹ ਅਸਰਦਾਰ ਨਹੀਂ ਰਹਿਣਗੀਆਂ। ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਉਸ ਤੱਥ ਦੀ, ਉਸ ਐਂਗਲ ਦੀ, ਜਿਹੜਾ ਐਂਗਲ ਕਹਿੰਦਾ ਹੈ ਕਿ ਕਲਾਸ ਤੇ ਬੇਸਡ ਜਿਹੜਾ ਆਰਮੀ ਦੇ ਵਿੱਚ ਰੈਜੀਮੈਂਟ ਬਣੇ ਆ, ਖਾਸ ਤੌਰ 'ਤੇ ਧਰਮ ਦੇ ਜਿਹੜੇ ਰੈਜੀਮੈਂਟ ਬਣੇ ਆ ਜਿਵੇਂ ਸਿੱਖ ਰੈਜੀਮੈਂਟ, ਇਹ ਨਹੀਂ ਹੋਣੇ ਚਾਹੀਦੇ। ਇੱਥੇ ਦੋ ਪੱਖ ਆ ਗਏ। ਇੱਕ ਉਹ ਆ ਜਿਹੜੇ ਕਹਿੰਦੇ ਸਟੇਟਸ ਕੋ ਮੇਨਟੇਨ ਰਹਿਣਾ ਚਾਹੀਦਾ, ਵੀ ਜਿਵੇਂ ਰੈਜੀਮੈਂਟਸ ਚੱਲ ਰਹੀਆਂ ਇਹਨਾਂ ਨੂੰ ਚੱਲਣ ਦਿਓ, ਔਰ ਦੂਸਰਾ ਇੱਕ ਉਹ ਹੈ ਜਿਹੜਾ ਕਹਿੰਦਾ ਬ੍ਰੇਕ ਦ ਸਟੇਟਸ ਕੋ, ਜਿਹੜੇ ਚਾਹੁੰਦੇ ਆ ਵੀ ਇਹ ਰੈਜੀਮੈਂਟਸ ਨਹੀਂ ਹੋਣੀਆਂ ਚਾਹੀਦੀਆਂ, ਆਲ ਇੰਡੀਆ ਆਲ ਕਲਾਸਿਸ ਹੋਣਾ ਚਾਹੀਦਾ। ਇੱਕ ਖਾਸ ਤਰਕ ਉਹਨਾਂ ਲੋਕਾਂ ਵੱਲੋਂ ਦਿੱਤਾ ਜਾਂਦਾ ਜਿਹੜੇ ਲੋਕ ਇਹ ਨਹੀਂ ਬਰਦਾਸ਼ਤ ਕਰ ਪਾ ਰਹੇ ਕਿ ਸਿੱਖਸ ਦਾ ਇੰਨਾ ਨੰਬਰ ਆਰਮੀ ਦੇ ਵਿੱਚ ਕਿਉਂ ਹੈ। ਆਪਾਂ ਜਾਣਦੇ ਹਾਂ ਕਿ ਇੰਡੀਅਨ ਜਿਹੜੀ ਪਾਪੂਲੇਸ਼ਨ ਉਹਦੇ ਵਿੱਚ ਸਿੱਖਾਂ ਦਾ 1.8% ਲਗਭਗ ਪਾਪੂਲੇਸ਼ਨ ਆਬਾਦੀ ਦਾ ਹਿੱਸਾ ਸਿੱਖ ਨੇ, ਪਰ ਅਗਰ ਆਰਮੀ ਦੇ ਵਿੱਚ ਕੰਟਰੀਬਿਊਸ਼ਨ ਦੇਖੀਏ ਤਾਂ ਉਹ 8% ਕੰਟਰੀਬਿਊਸ਼ਨ ਸਿਰਫ ਸਿੱਖਾਂ ਦੀ ਹੈ। ਸੋ ਇਹ ਚੀਜ਼ ਜਿਹੜੀ ਆ ਪ੍ਰੋਬਲਮੈਟਿਕ ਹੈ। ਮੈਂ ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ ਤਾਂ ਕਿ ਤੁਹਾਨੂੰ ਬੈਟਰ ਸਮਝ ਆ ਸਕੇ ਵੀ ਇਹ ਪ੍ਰੋਬਲਮ ਕਿਉਂ ਲੱਗਦੀ ਹੈ ਲੋਕਾਂ ਨੂੰ। ਅਗਰ ਆਪਾਂ ਗੁਜਰਾਤ ਨਾਲ ਪੰਜਾਬ ਨੂੰ ਕੰਪੇਅਰ ਕਰੀਏ ਤਾਂ ਪੰਜਾਬ ਦੀ ਆਬਾਦੀ ਜਿਹੜੀ ਆ ਗੁਜਰਾਤ ਨਾਲੋਂ ਅੱਧੀ ਹੈ, ਔਰ ਅਗਰ ਆਪਾਂ ਦੇਖੀਏ ਕਿ ਪੰਜਾਬ ਦੇ ਕਿੰਨੇ ਆਰਮੀ ਜਵਾਨ ਆਪਣੇ ਜਿਹੜੇ ਆ ਫੌਜੀ ਵੀਰ ਨੇ ਤਾਂ ਉਹ ਗੁਜਰਾਤ ਨਾਲੋਂ 4 ਗੁਣਾ ਜ਼ਿਆਦਾ ਨੇ। ਸੋ ਇਹ ਜਿਹੜੇ ਡਾਟਾ ਆ, ਇੱਦਾਂ ਦੀ ਕੁਝ ਸਟੈਟਿਕਸ ਆ, ਇਹ ਕੁਝ ਲੋਕਾਂ ਨੂੰ ਚੁਭਦੇ ਨੇ, ਕਿਉਂਕਿ ਜਿਹੜਾ ਪੰਜਾਬ ਆ ਉਹਨੂੰ ਹਮੇਸ਼ਾ ਹੀ ਬਹੁਤ ਮਾਣ ਰਿਹਾ ਹੈ ਕਿ ਆਪਣੀ ਬਹਾਦਰੀ ਦੇ ਉੱਤੇ, ਕਿ ਸਾਡੇ ਬਹਾਦਰ ਜਵਾਨ ਸ਼ਹੀਦ ਹੁੰਦੇ ਨੇ, ਸਾਡੇ ਬਹਾਦਰ ਜਵਾਨ ਦੇਸ਼ ਦੀ ਸੁਰੱਖਿਆ 'ਚ ਲੱਗੇ ਰਹਿੰਦੇ ਨੇ। ਆਪਾਂ ਜਾਣਦੇ ਹਾਂ ਅਕਸਰ ਤਿਰੰਗੇ 'ਚ ਲਪੇਟ ਕੇ ਲਾਸ਼ਾਂ ਪੰਜਾਬ ਨੂੰ ਆਉਂਦੀਆਂ ਨੇ।
ਮੈਂ ਅਗਰ ਗੱਲ ਕਰੀਏ ਆਪਾਂ ਸਿੱਖਾਂ ਦੀ ਕੰਟਰੀਬਿਊਸ਼ਨ ਆਰਮੀ ਦੇ ਵਿੱਚ ਜਾਂ ਸਿੱਖਾਂ ਦਾ ਕਿੰਨਾ ਨੰਬਰ ਆਰਮੀ ਦੇ ਵਿੱਚ, ਅਗਰ ਆਪਾਂ ਅੱਜ ਕਹਿ ਰਹੇ ਹਾਂ ਕਿ 7% 8% ਹੈ, ਤਾਂ ਇਹ ਕਿਸੇ ਸਮੇਂ ਦੇ ਵਿੱਚ 50% ਦੇ ਨੇੜੇ ਵੀ ਸੀ। ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਟਾਈਮ ਇਹ ਜਿਹੜਾ ਪੂਰਾ ਨੰਬਰ ਸਿੱਖਾਂ ਦਾ ਸੀ, ਲਗਭਗ 45% ਸਿੱਖ ਸੀਗੇ ਪੂਰੀ ਆਰਮੀ ਦੇ ਵਿੱਚ। ਉਸ ਤੋਂ ਬਾਅਦ ਇਹ ਨੰਬਰ ਘਟਦਾ ਗਿਆ, 1990 ਤੱਕ ਆਉਂਦਿਆਂ 20% ਰਹਿ ਗਿਆ। ਔਰ ਹੁਣ ਅਗਰ ਆਪਾਂ ਅੱਜ ਗੱਲ ਕਰੀਏ 2021 ਦੀ, ਪਿਛਲੇ ਸਾਲ ਦੀ ਗੱਲ ਕਰੀਏ, ਤਾਂ ਇਹ ਨੰਬਰ 7.7। ਦੂਸਰਾ ਤਰਕ ਜੋ ਇਹਦੇ ਵਿੱਚ ਦਿੱਤਾ ਜਾਂਦਾ ਹੈ ਜਿਹੜੇ ਉਹਨਾਂ ਲੋਕਾਂ ਵੱਲੋਂ ਜਿਹੜੇ ਸਿੱਖ ਰੈਜੀਮੈਂਟ ਹੋਣ ਦੇ ਖਿਲਾਫ ਨੇ, ਜਾਂ ਜਿਹੜੇ ਜਾਤ ਔਰ ਜਿਹੜੇ ਧਰਮ ਦੇ ਆਧਾਰ 'ਤੇ ਜਿਹੜੀਆਂ ਰੈਜੀਮੈਂਟਸ ਬਣੀਆਂ ਇਹਨਾਂ ਦੇ ਖਿਲਾਫ ਨੇ, ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹ ਜਿਹੜੀ ਰੀਤ ਹੈ ਇਹ ਰੀਤ ਅੰਗਰੇਜ਼ਾਂ ਵੱਲੋਂ ਚਲਾਈ ਗਈ ਸੀ। ਬ੍ਰਿਟਿਸ਼ ਰਾਜ ਵੱਲੋਂ 150 200 ਸਾਲ ਪਹਿਲਾਂ ਇਹ ਸ਼ੁਰੂ ਕਰ ਦਿੱਤੀ ਸੀ ਇੱਦਾਂ ਦੀ ਪਿਰਤ ਪਾਉਣੀ, ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਜਾਤਾਂ ਪਾਤਾਂ ਦੇ ਆਧਾਰ 'ਤੇ ਵੰਡਿਆ, ਜਿਹਦੇ ਕਰਕੇ ਉਹਨਾਂ ਰੈਜੀਮੈਂਟਸ ਬਣਾਈਆਂ। ਸੋ ਅੱਜ ਮਾਡਰਨ ਇੰਡੀਆ ਦੇ ਵਿੱਚ ਇਹ ਚੀਜ਼ਾਂ ਨੂੰ ਖਤਮ ਕਰਨਾ ਚਾਹੀਦਾ, ਅਬੋਲਿਸ਼ ਕਰਨਾ ਚਾਹੀਦਾ, ਔਰ ਅਗਰ ਅਬੋਲਿਸ਼ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਡਾਇਲਿਊਟ ਕਰਨਾ ਚਾਹੀਦਾ। ਇਹ ਗੱਲ ਸੱਚ ਹੈ ਕਿ ਜਿਹੜੀ ਬ੍ਰਿਟਿਸ਼ ਆਰਮੀ ਸੀਗੀ ਉਹਦੇ ਵਿੱਚ ਹੀ ਰੈਜੀਮੈਂਟਸ ਬਣਨੀਆਂ ਸਭ ਤੋਂ ਪਹਿਲਾਂ ਸ਼ੁਰੂ ਹੋਈਆਂ ਸੀ ਧਰਮ ਦੇ ਆਧਾਰ 'ਤੇ ਔਰ ਜਾਤ ਦੇ ਆਧਾਰ 'ਤੇ। ਇੱਥੇ ਇੱਕ ਇਵੈਂਟ ਹੈ ਜਿਹੜੀ ਆਪਾਂ ਨੂੰ ਯਾਦ ਰੱਖਣ ਦੀ ਖਾਸ ਤੌਰ 'ਤੇ ਲੋੜ ਹੈ, ਉਹ ਇਹ ਹੈ ਕਿ 1857 ਦੀ ਜਿਹੜੀ ਰਿਬਿਲੀਅਨ ਹੋਈ ਸੀਗੀ, ਮਿਊਟਨੀ ਹੋਈ ਸੀ, ਉਹਦੇ ਵਿੱਚ ਬਹੁਤ ਇੱਦਾਂ ਦੇ ਸੂਬੇ ਸੀ ਜਿਹੜੇ ਅੰਗਰੇਜ਼ਾਂ ਦੇ ਲਾਇਲ ਸੀ। ਉਸ ਲਾਇਲਟੀ ਦੇ ਵਿੱਚ ਜਿਹੜੇ ਖੜੇ ਸੀ ਉਹਦੇ 'ਚ ਪੰਜਾਬੀ ਰੈਜੀਮੈਂਟ, ਪੰਜਾਬੀ ਜਵਾਨ ਵੀ ਆਉਂਦੇ ਨੇ। ਪੰਜਾਬੀ ਜਵਾਨ ਔਰ ਜਿਹੜੇ ਮਰਾਠਾਜ਼ ਆ, ਹੋਰ ਜਿਹੜੇ ਇੱਦਾਂ ਦੇ ਜਵਾਨ ਆ ਜਿਨ੍ਹਾਂ ਦੀਆਂ ਅੱਜ ਰੈਜੀਮੈਂਟਸ ਆਪਾਂ ਨੂੰ ਸੁਣਨ ਨੂੰ ਇੰਡੀਅਨ ਆਰਮੀ 'ਚ ਮਿਲਦੀਆਂ ਨੇ, ਇਹਨਾਂ ਨੂੰ ਬ੍ਰਿਟਿਸ਼ ਲਾਇਲ ਮੰਨਿਆ ਗਿਆ ਸੀ ਉਸ ਟਾਈਮ 'ਤੇ। ਔਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕੀਤਾ ਸੀ ਉਹਦੇ ਵਿੱਚ ਜ਼ਿਆਦਾ ਬੰਗਾਲੀ ਸੀ ਜਾਂ ਹੋਰ ਰਾਜਾਂ ਦੇ ਸੀ। ਔਰ ਇਸ ਤਰਕ ਨੂੰ ਅੱਗੇ ਰੱਖਿਆ ਜਾਂਦਾ ਕਿ ਇਹੀ ਕਾਰਨ ਹੈ ਕਿ ਬ੍ਰਿਟਿਸ਼ ਸਰਕਾਰ ਨੇ ਉਸ ਟਾਈਮ ਜਿਹੜੇ ਉਹਨਾਂ ਦੇ ਲਾਇਲ ਸੀਗੇ ਉਹਨਾਂ ਦੀਆਂ ਰੈਜੀਮੈਂਟਸ ਬਣਾ ਦਿੱਤੀਆਂ, ਜਿਵੇਂ ਕਿ ਮਰਾਠਾਜ਼ ਆ, ਜਿਵੇਂ ਕਿ ਸਿੱਖ ਰੈਜੀਮੈਂਟ ਆ। ਔਰ ਜਿਹੜੇ ਇਹਨਾਂ ਦੇ ਖਿਲਾਫ ਸੀਗੇ, ਜਿਨ੍ਹਾਂ ਨੇ ਵਿਦਰੋਹ ਕੀਤਾ ਸੀ ਅੰਗਰੇਜ਼ਾਂ ਦੇ ਖਿਲਾਫ, ਉਹਨਾਂ ਨੂੰ ਪਿੱਛੇ ਛੱਡ ਦਿੱਤਾ। ਜਿਵੇਂ ਬੰਗਾਲ ਦੇ ਲੋਕਾਂ ਦਾ ਬਹੁਤ ਘੱਟ ਨੰਬਰ ਹੈ ਆਰਮੀ ਦੇ ਵਿੱਚ, ਹੋਰ ਵੀ ਬਹੁਤ ਲੋਕ ਆ, ਮੁਸਲਮਾਨਾਂ ਦਾ ਬਹੁਤ ਘੱਟ ਨੰਬਰ ਹੈ। ਇਸ ਚੀਜ਼ ਨੂੰ ਵੀ ਬਹੁਤ ਵੱਡਾ ਮੁੱਦਾ ਜਿਹੜਾ ਉਹ ਬਣਾਇਆ ਜਾਂਦਾ ਕਈ ਜਾਣਿਆਂ ਵੱਲੋਂ। ਸੋ ਇਹ ਸੀ ਪੂਰੀ ਸਟੋਰੀ, ਜਿਹਦੇ ਵਿੱਚ ਦੋ ਤਰ੍ਹਾਂ ਦੇ ਤਰਕ ਹੈ। ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਸਿੱਖਾਂ ਦੀ ਐਗਜ਼ਾਮਪਲ ਦੇ ਕੇ ਆਪਾਂ ਗੱਲ ਕੀਤੀ ਕਿ ਸਿੱਖਾਂ ਦਾ ਇੰਨਾ ਨੰਬਰ ਕਿਉਂ, ਜਦੋਂ ਆਬਾਦੀ ਇੰਨੀ ਘੱਟ ਹੈ ਤਾਂ ਇੰਨਾ ਜ਼ਿਆਦਾ ਰੈਪਰੈਜ਼ੈਂਟੇਸ਼ਨ ਆਰਮੀ 'ਚ ਕਿਉਂ? ਪਰ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਆਰਮੀ 'ਚ ਬਹੁਤ ਘੱਟ ਗਈ। ਉਹ ਵੀ ਮੈਂ ਡਾਟਾ ਦੱਸਿਆ ਕਿ ਅੱਜ ਸਿਰਫ 7.7% ਤੇ ਰਹਿ ਗਏ, ਜਿਹੜੇ ਆਜ਼ਾਦੀ ਦੇ ਸਮੇਂ ਲਗਭਗ 50% ਦੇ ਨੇੜੇ ਸੀ। ਔਰ ਦੂਸਰਾ ਤਰਕ ਦਿੱਤਾ ਜਾਂਦਾ ਹੈ ਕਿ ਇਹ ਜਿਹੜੀਆਂ ਰੈਜੀਮੈਂਟਸ ਬਣੀਆਂ ਆ, ਜਿਹੜੀਆਂ ਰੈਜੀਮੈਂਟਸ ਦਾ ਇੱਕ ਆਪਣਾ ਬਹੁਤ ਵਧੀਆ ਸਿਸਟਮ ਆ, ਹੈਬਿਟ ਆ, ਐਥੋਜ਼ ਆ, ਟ੍ਰੈਡੀਸ਼ਨਸ ਆ, ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਔਰ ਸਿਰਫ ਇਹ ਕਹਿ ਦੇਣਾ ਕਿ ਇਹ ਰੈਜੀਮੈਂਟਸ ਅੰਗਰੇਜ਼ਾਂ ਨੇ ਬਣਾਈਆਂ ਸੀ ਸਾਡੇ ਸਮਾਜ ਨੂੰ ਜਾਤ ਔਰ ਧਰਮ ਦੇ ਆਧਾਰ 'ਤੇ ਵੰਡ ਕੇ ਰੱਖਣ ਲਈ, ਇੱਕ ਦੂਜੇ ਦੇ ਖਿਲਾਫ ਖੜੇ ਕਰਨ ਦੇ ਲਈ। ਸੋ ਇਹਨਾਂ ਨੂੰ ਜਿਹੜਾ ਸਟੇਟਸ ਕੋ ਆ ਇਹਨੂੰ ਬ੍ਰੇਕ ਕਰ ਦੇਣਾ ਚਾਹੀਦਾ ਹੈ। ਸੋ ਦੋ ਤਰ੍ਹਾਂ ਦੇ ਤਰਕ ਹੈ। ਇੱਕ ਪਾਸੇ ਉਹ ਤਰਕ ਹੈ ਜਿਹੜੇ ਰੈਜੀਮੈਂਟਸ ਦਾ, ਜਿੱਦਾਂ ਵੀ ਆਰਮੀ ਦਾ ਪਰਮਾਨੈਂਟ ਕਮਿਸ਼ਨ ਦੇ ਵਿੱਚ ਜਿੱਦਾਂ ਵੀ ਰੈਜੀਮੈਂਟਸ ਦਾ ਸਿਸਟਮ ਜਿਹੜਾ ਚੱਲਿਆ ਆ ਰਿਹਾ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ। ਔਰ ਦੂਸਰੇ ਪਾਸੇ ਇੱਕ ਉਹ ਵਿਚਾਰਧਾਰਾ ਆ ਜਿਹੜੀ ਇਹ ਤਰਕ ਦਿੰਦੀ ਹੈ ਕਿ ਇਹਨਾਂ ਸਟੇਟਸ ਕੋ ਨੂੰ ਜਿਹੜਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ, ਜਿਹੜਾ ਵੰਡ ਪਾਊ ਔਰ ਜਿਹੜਾ ਕਿਸੇ ਖਾਸ ਧਰਮ ਦੇ ਲੋਕਾਂ ਨੂੰ, ਖਾਸ ਮਾਈਨੋਰਿਟੀਜ਼ ਨੂੰ ਉੱਪਰ ਲੈ ਕੇ ਆ ਰਿਹਾ ਆ, ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ, ਅਬੋਲਿਸ਼ ਕਰ ਦੇਣੀ ਚਾਹੀਦੀ ਹੈ ਉਸ ਸਟੇਟਸ ਕੋ ਨੂੰ। ਥੈਂਕ ਯੂ ਸੋ ਮਚ ਫॉर ਵਾਚਿੰਗ।